स्वागत है ਤੁਹਾਡਾ ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ ਆਨਲਾਈਨ YouTube ਚੈਨਲ ਤੇ। ਅੱਜ ਅਸੀਂ ਤੁਹਾਨੂੰ 8ਵੀਂ ਕਲਾਸ ਦੀ ਸਮਾਜਿਕ ਸਿੱਖਿਆ ਦਾ ਭਾਗ ਪਹਿਲਾ ਭੂਗੋਲ ਦਾ ਪਾਠ ਨੰਬਰ 2 ਕੁਦਰਤੀ ਸਾਧਨ ਕਰਵਾਉਣ ਜਾ ਰਹੇ ਹਾਂ। ਸਾਡਾ ਅੱਜ ਦਾ ਟੌਪਿਕ ਹੈਗਾ ਮਿੱਟੀ ਦੀਆਂ ਕਿਸਮਾਂ, ਜਿਸ ਦਾ ਕਿ ਅਸੀਂ ਤੁਹਾਨੂੰ ਚੌਥਾ ਭਾਗ ਜੋ ਕਿ ਪੇਜ ਨੰਬਰ 12 ਤੋਂ ਸ਼ੁਰੂ ਹੁੰਦਾ ਹੈ ਉਹ ਕਰਵਾਵਾਂਗੇ। ਤਾਂ ਬੱਚਿਓ ਸ਼ੁਰੂ ਕਰਦੇ ਹਾਂ ਅਸੀਂ ਆਪਣਾ ਚੌਥਾ ਪੁਆਇੰਟ ਲੈਟਰਾਈਟ ਮਿੱਟੀ। ਇਹ ਮਿੱਟੀ 90 ਤੋਂ 100% ਤੱਕ ਲੋਹ ਤੱਤ, ਐਲੂਮੀਨੀਅਮ, ਟਾਈਟੇਨੀਅਮ ਅਤੇ ਮੈਗਨੀਜ਼ ਦੇ ਆਕਸਾਈਡ ਤੋਂ ਬਣੀ ਹੋਈ ਹੈ। ਟਾਈਟੇਨੀਅਮ ਜਿਹੜਾ ਕਿ ਕਿਸੇ ਵੀ ਉਤਪਾਦ ਜਾਂ ਚੀਜ਼ ਨੂੰ ਸਫੇਦੀ ਜਾਂ ਚਮਕ ਦੇਣ ਦੇ ਲਈ ਪ੍ਰਯੋਗ ਵਿੱਚ ਲਿਆਇਆ ਜਾਂਦਾ ਹੈ, ਇੱਕ ਤਰ੍ਹਾਂ ਦਾ ਖਣਿਜ ਹੁੰਦਾ ਹੈ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਇਸ ਕਿਸਮ ਦੀ ਮਿੱਟੀ ਉੱਚੇ ਤਾਪਮਾਨ ਅਤੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਪਾਈ ਜਾਂਦੀ ਹੈ। ਵਰਖਾ ਕਾਰਨ ਇਸ ਦੇ ਉਪਜਾਊ ਤੱਤ ਧਰਤੀ ਦੀਆਂ ਹੇਠਲੀਆਂ ਤਹਿਆਂ ਵਿੱਚ ਚਲੇ ਜਾਂਦੇ ਹਨ। ਤਹਿ ਹੁੰਦਾ ਹੈ ਪਰਤ ਜੋ ਧਰਤੀ ਦੀਆਂ ਲੇਅਰ ਹੁੰਦੀਆਂ ਹਨ ਉੱਥੇ ਚਲੇ ਜਾਂਦੇ ਹਨ ਅਤੇ ਆਕਸਾਈਡ ਧਰਤੀ ਦੇ ਉੱਪਰ ਰਹਿ ਜਾਂਦੇ ਹਨ। ਆਕਸਾਈਡ ਜਿਹੜੀ ਕਿ ਪ੍ਰਿਥਵੀ ਦੀ ਸਤ੍ਹਾ ਦਾ ਇੱਕ ਬਹੁਤ ਵੱਡਾ ਭਾਗ ਹੈ, ਜਿਸ ਦੇ ਵਿੱਚ ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਵੀ ਹੁੰਦੀਆਂ ਹਨ ਆਦਿ। ਇਸ ਤਰ੍ਹਾਂ ਦੀ ਮਿੱਟੀ ਉਪਜਾਊ ਤੱਤਾਂ ਦੀ ਘਾਟ ਕਾਰਨ ਆਮ ਤੌਰ 'ਤੇ ਖੇਤੀ ਦੇ ਯੋਗ ਨਹੀਂ ਹੁੰਦੀ, ਪਰੰਤੂ ਖਾਦਾਂ ਦੀ ਵਰਤੋਂ ਅਤੇ ਸਿੰਚਾਈ ਸਹੂਲਤਾਂ ਮੁਹੱਈਆ ਕਰਾਉਣ ਦੇ ਨਾਲ ਇਸ ਵਿੱਚ ਚਾਹ, ਕੌਫੀ, ਰਬੜ ਅਤੇ ਨਾਰੀਅਲ ਵਗੈਰਾ ਦੀਆਂ ਫਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਮਤਲਬ ਕਿ ਇਸ ਦੀ ਉਪਜਾਊ ਤੱਤਾਂ ਦੀ ਘਾਟ ਦੇ ਕਾਰਨ ਇਹ ਮਿੱਟੀ ਜਿਹੜੀ ਹੈ ਉਹ ਖੇਤੀ ਦੇ ਯੋਗ ਨਹੀਂ ਰਹਿੰਦੀ। ਮਤਲਬ ਕਿ ਇਸ ਦੇ ਜ਼ਿਆਦਾਤਰ ਤੱਤ ਧਰਤੀ ਦੇ ਹੇਠਾਂ ਚਲੇ ਜਾਂਦੇ ਹਨ ਅਤੇ ਉੱਪਰ ਆਕਸਾਈਡ ਦੀ ਮਾਤਰਾ ਜ਼ਿਆਦਾ ਹੋਣ ਦੇ ਕਰਕੇ ਇਹ ਮਿੱਟੀ ਖੇਤੀ ਦੇ ਯੋਗ ਨਹੀਂ ਰਹਿੰਦੀ। ਪਰ ਵਧੀਆ ਖਾਦਾਂ ਅਤੇ ਚੰਗੀ ਸਿੰਚਾਈ ਸਹੂਲਤ ਹੋਣ ਦੇ ਕਾਰਨ ਜੇ ਮਿਲ ਜਾਵੇ ਸਿੰਚਾਈ ਦੀ ਵਧੀਆ ਸਹੂਲਤ ਤਾਂ ਅਸੀਂ ਇੱਥੇ ਚਾਹ, ਨਾਰੀਅਲ ਅਤੇ ਕੌਫੀ ਵਰਗੀਆਂ ਜਿਹੜੀਆਂ ਫਸਲਾਂ ਹਨ ਉਹ ਪੈਦਾ ਕਰ ਸਕਦੇ ਹਾਂ। ਲੈਟਰਾਈਟ ਮਿੱਟੀ ਦੇਸ਼ ਦੇ ਕੁੱਲ ਭੂਮੀ ਰਕਬੇ ਦੇ 7.5 ਹਿੱਸੇ ਵਿੱਚ ਮੌਜੂਦ ਹੈ ਅਤੇ ਪੂਰਬੀ ਘਾਟ, ਪੱਛਮੀ ਘਾਟ, ਰਾਜ ਮਹਿਲ ਦੀਆਂ ਪਹਾੜੀਆਂ, ਸਤਪੁੜਾ, ਮਾਲਵਾ ਪਠਾਰ ਦੇ ਇਲਾਕੇ ਦੇ ਵਿੱਚ ਇਹ ਮਿੱਟੀ ਮਿਲਦੀ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਉੜੀਸਾ, ਕਰਨਾਟਕ, ਪੱਛਮੀ ਬੰਗਾਲ, ਕੇਰਲ, ਝਾਰਖੰਡ ਅਤੇ ਅਸਾਮ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਇਸ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ। ਤਾਂ ਬੱਚੋ ਪੇਜ ਨੰਬਰ 13 'ਤੇ ਤੁਸੀਂ ਭਾਰਤ ਦਾ ਜਿਹੜਾ ਨਕਸ਼ਾ ਮਿੱਟੀ ਦੀਆਂ ਕਿਸਮਾਂ ਦਾ ਬਣਿਆ ਹੋਇਆ ਹੈ ਉਸ ਦੇ ਵਿੱਚ ਦੇਖੋ ਲੈਟਰਾਈਟ ਮਿੱਟੀ ਜਿਹੜੀ ਕਿ ਗੂੜ੍ਹੇ ਗੁਲਾਬੀ ਰੰਗ ਦੇ ਵਿੱਚ ਦਿਖਾਈ ਗਈ ਹੈ। ਇਹ ਪੱਛਮੀ ਹਿੱਸੇ ਦੇ ਵਿੱਚ, ਪੂਰਬੀ ਹਿੱਸੇ ਦੇ ਵਿੱਚ ਅਤੇ ਥੋੜ੍ਹੀ ਦੱਖਣ ਹਿੱਸੇ ਦੇ ਵਿੱਚ ਪਾਈ ਜਾਂਦੀ ਹੈ। ਭਾਰਤ ਦੇ ਨਕਸ਼ੇ ਦੇ ਵਿੱਚ ਵਿਚਕਾਰ ਇੱਕ ਲਾਈਨ ਹੁੰਦੀ ਹੈ ਜਿਹੜੀ ਕਿ ਟੁੱਟਵੀਂ ਲਾਈਨ ਹੁੰਦੀ ਹੈ, ਜਿਸ ਨੂੰ ਅਸੀਂ ਕੜਕ ਰੇਖਾ ਬੋਲਦੇ ਹਾਂ। ਤਾਂ ਉਸ ਕੜਕ ਰੇਖਾ ਦੇ ਉੱਪਰ ਵੀ ਇਹ ਮਿੱਟੀ ਪਾਈ ਜਾਂਦੀ ਹੈ ਤਾਂ ਉਸ ਕੜਕ ਰੇਖਾ ਦੇ ਹੇਠਾਂ ਵੀ ਇਹ ਮਿੱਟੀ ਪਾਈ ਜਾਂਦੀ ਹੈ ਅਤੇ ਗੁਲਾਬੀ ਰੰਗ ਦੇ ਵਿੱਚ ਇਸ ਮਿੱਟੀ ਨੂੰ ਭਾਰਤ ਦੇ ਨਕਸ਼ੇ ਦੇ ਵਿੱਚ ਦਿਖਾਇਆ ਗਿਆ ਹੈ। ਸਾਈਡ 'ਤੇ ਜਿਹੜੇ 6 ਬਾਕਸ ਬਣੇ ਹੋਏ ਹਨ ਉਹਨਾਂ ਵਿੱਚੋਂ ਚੌਥਾ ਬਾਕਸ ਇਸੇ ਲੈਟਰਾਈਟ ਮਿੱਟੀ ਦਾ ਹੀ ਬਣਿਆ ਹੋਇਆ ਹੈ। ਅਤੇ ਇੱਥੇ ਰਾਜ ਮਹਿਲ ਦੀਆਂ ਪਹਾੜੀਆਂ ਵੀ ਉਹਨਾਂ ਨੇ ਵਿੱਚ ਦੱਸਿਆ ਹੈ। ਤਾਂ ਬੱਚਿਓ ਜਿੱਥੇ ਬੰਗਲਾਦੇਸ਼ ਲਿਖਿਆ ਗਿਆ ਹੈ ਉਹਦੇ ਉੱਪਰ ਇੱਕ ਛੋਟਾ ਜਿਹਾ ਹਿੱਸਾ ਹੈਗਾ, ਉੱਥੇ ਉਹ ਰਾਜ ਮਹਿਲ ਦੀਆਂ ਪਹਾੜੀਆਂ ਦੇ ਵਿੱਚ ਇਹ ਮਿੱਟੀ ਵੀ ਪਾਈ ਜਾਂਦੀ ਹੈ। ਅੱਗੇ ਆ ਜਾਓ ਬੱਚਿਓ ਤੁਸੀਂ। ਜੰਗਲੀ ਅਤੇ ਪਰਬਤੀ ਮਿੱਟੀ। ਜੰਗਲਾਂ ਅਤੇ ਪਰਬਤੀ ਢਲਾਨਾਂ 'ਤੇ ਇਹ ਮਿੱਟੀ ਮਿਲਦੀ ਹੈ। ਇਸ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਜੈਵਿਕ ਮਾਦਾ ਜ਼ਿਆਦਾ ਹੁੰਦਾ ਹੈ। ਜੈਵਿਕ ਮਾਦਾ ਮਤਲਬ ਜੈਵਿਕ ਤੱਤ, ਜੀਵਤ ਚੀਜ਼ਾਂ ਜਿਸ ਨੂੰ ਅਸੀਂ ਕਹਿੰਦੇ ਹਾਂ, ਜਿਵੇਂ ਪੇੜ ਪੌਦੇ ਆਦਿ ਸਾਡੀਆਂ ਸਥਾਨੀ ਚੀਜ਼ਾਂ, ਇਹਨਾਂ ਨੂੰ ਬੋਲਿਆ ਜਾਂਦਾ ਹੈ ਜੈਵਿਕ ਮਾਦਾ ਦੇ ਤੱਤ ਜਿਹੜੇ ਹੁੰਦੇ ਹਨ ਉਹ ਜ਼ਿਆਦਾ ਇਸ ਮਿੱਟੀ ਵਿੱਚ ਪਾਏ ਜਾਂਦੇ ਹਨ। ਪੂਰਬੀ ਅਤੇ ਪੱਛਮੀ ਘਾਟਾਂ 'ਤੇ ਵੀ ਇਸ ਪ੍ਰਕਾਰ ਦੀ ਮਿੱਟੀ ਮਿਲਦੀ ਹੈ। ਇਸ ਤਰ੍ਹਾਂ ਦੀ ਮਿੱਟੀ ਵਿੱਚ ਪੋਟਾਸ਼, ਫਾਸਫੋਰਸ ਅਤੇ ਚੂਨੇ ਦੀ ਕਮੀ ਹੁੰਦੀ ਹੈ। ਇਸ ਲਈ ਇਸ ਵਿੱਚ ਫਸਲਾਂ ਪੈਦਾ ਕਰਨ ਦੇ ਲਈ ਖਾਦਾਂ ਦੀ ਲੋੜ ਪੈਂਦੀ ਹੈ। ਯਾਨੀ ਕਿ ਜੇ ਅਸੀਂ ਇਸ ਪ੍ਰਕਾਰ ਦੀ ਮਿੱਟੀ ਵਿੱਚ ਖੇਤੀ ਕਰਨੀ ਹੈ ਜਾਂ ਕੋਈ ਫਸਲ ਉਗਾਉਣੀ ਹੈ ਤਾਂ
ਇਸ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਸ ਨੂੰ ਬਣਾਈ ਰੱਖਣ ਦੇ ਲਈ ਸਾਨੂੰ ਖਾਦਾਂ ਦੀ ਭਰਪੂਰ ਵਰਤੋਂ ਕਰਨੀ ਹੋਏਗੀ, ਤਾਂ ਹੀ ਅਸੀਂ ਇੱਥੇ ਕੋਈ ਫਸਲ ਪੈਦਾ ਕਰ ਸਕਦੇ ਹਾਂ। ਇਸ ਕਰਕੇ ਇੱਥੇ ਇਸ ਮਿੱਟੀ ਵਿੱਚ ਉਪਜਾਊ ਸ਼ਕਤੀ ਦੀ ਘਾਟ ਪਾਈ ਜਾਂਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਦੇ ਲਈ ਸਾਨੂੰ ਵਧੀਆ ਖਾਦਾਂ ਦੀ ਵਰਤੋਂ ਕਰਨੀ ਹੋਏਗੀ, ਤਾਂ ਹੀ ਅਸੀਂ ਫਸਲਾਂ ਪੈਦਾ ਕਰ ਸਕਦੇ ਹਾਂ। ਤਾਂ ਮੈਪ ਦੇ ਵਿੱਚ ਦੇਖੋ ਪੇਜ ਨੰਬਰ 13 'ਤੇ ਤੁਸੀਂ ਜੰਗਲੀ ਅਤੇ ਪਰਬਤੀ ਮਿੱਟੀ ਹਲਕੇ ਫਿੱਕੇ ਰੰਗ ਦੇ ਵਿੱਚ, ਪੀਲੇ ਫਿੱਕੇ ਰੰਗ ਦੇ ਵਿੱਚ ਇਸ ਨੂੰ ਦਿਖਾਇਆ ਗਿਆ ਹੈ ਭਾਰਤ ਦੇ ਨਕਸ਼ੇ ਦੇ ਵਿੱਚ, ਜਿਹੜਾ ਕਿ ਸਭ ਤੋਂ ਉੱਪਰ ਹਿਮਾਲਿਆ ਪਰਬਤ ਉੱਤਰ ਦੇ ਵਿੱਚ ਹੁੰਦੇ ਹੋਏ ਪੂਰਬ ਦੇ ਵਿੱਚ ਹੈ, ਪੂਰਬ ਤੱਕ ਹੈ, ਉੱਤਰ ਤੋਂ ਪੂਰਬ ਤੱਕ ਇਹ ਜਿਹੜੀ ਜੰਗਲੀ ਅਤੇ ਪਰਬਤੀ ਮਿੱਟੀ ਹੈ ਪਾਈ ਜਾਂਦੀ ਹੈ। ਅੱਗੇ ਪੜ੍ਹਦੇ ਹਾਂ ਬੱਚਿਓ ਅਸੀਂ ਮਾਰੂਥਲੀ ਮਿੱਟੀ। ਇਹ ਮਿੱਟੀ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਮਿਲਦੀ ਹੈ। ਗੁਜਰਾਤ ਦਾ ਕੁਝ ਇਲਾਕਾ ਵੀ ਮਾਰੂਥਲੀ ਮਿੱਟੀ ਦੇ ਹੇਠ ਆਉਂਦਾ ਹੈ। ਇਹ ਮਿੱਟੀ ਦੇਸ਼ ਦੀ ਭੂਮੀ ਦੇ ਕੁੱਲ ਰਕਬੇ ਦਾ ਲਗਭਗ 4.3% ਹਿੱਸਾ ਬਣਦੀ ਹੈ। ਮਤਲਬ ਕਿ ਬਹੁਤ ਥੋੜ੍ਹੇ ਹਿੱਸੇ ਦੇ ਵਿੱਚ ਇਹ ਮਿੱਟੀ ਜਿਹੜੀ ਹੈ ਭਾਰਤ ਵਿੱਚ ਪਾਈ ਜਾਂਦੀ ਹੈ। ਇਸ ਮਿੱਟੀ ਵਿੱਚ ਪਾਣੀ ਨੂੰ ਸਮਾਈ ਰੱਖਣ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ। ਮਤਲਬ ਕਿ ਪਾਣੀ ਜ਼ਿਆਦਾ ਦੇਰ ਤੱਕ ਇਸ ਮਿੱਟੀ ਵਿੱਚ ਨਹੀਂ ਰਹਿ ਸਕਦਾ। ਪਾਣੀ ਦੀ ਜਿਹੜੀ ਕਮੀ ਹੈ ਇਸ ਮਿੱਟੀ ਵਿੱਚ ਪਾਈ ਜਾਂਦੀ ਹੈ। ਮਾਰੂਥਲ ਮਤਲਬ ਇੱਕ ਰੇਤਲਾ ਇਲਾਕਾ ਹੈ, ਰੇਗਿਸਤਾਨ ਹੈ। ਇਸ ਮਿੱਟੀ ਵਿੱਚ ਰੇਤ ਦੇ ਅੰਸ਼ ਜ਼ਿਆਦਾ ਪਾਏ ਜਾਂਦੇ ਹਨ। ਪਾਣੀ ਜਲਦੀ ਨਾਲ ਹੇਠਾਂ ਨੂੰ ਚਲਾ ਜਾਂਦਾ ਹੈ, ਇਸ ਕਰਕੇ ਇਸ ਤਰ੍ਹਾਂ ਦੀ ਮਿੱਟੀ ਵਿੱਚ ਜ਼ਿਆਦਾ ਪਾਣੀ ਦੀ ਜ਼ਰੂਰਤ ਵਾਲੀਆਂ ਫਸਲਾਂ ਨਹੀਂ ਉਗਾਈਆਂ ਜਾ ਸਕਦੀਆਂ। ਜੋ ਬਾਜਰਾ, ਮੱਕੀ ਅਤੇ ਦਾਲਾਂ ਆਦਿ ਦੀ ਹੀ ਖੇਤੀ ਕੀਤੀ ਜਾ ਸਕਦੀ ਹੈ। ਰਾਜਸਥਾਨ ਦੇ ਜਿਨ੍ਹਾਂ ਹਿੱਸਿਆਂ ਵਿੱਚ ਪੰਜਾਬ ਤੋਂ ਜਾ ਰਹੀਆਂ ਨਹਿਰਾਂ ਦਾ ਪਾਣੀ ਮਿਲਣਾ ਸ਼ੁਰੂ ਹੋਇਆ, ਉੱਥੇ ਅੱਛੀ ਖੇਤੀਬਾੜੀ ਸ਼ੁਰੂ ਹੋ ਗਈ। ਮਤਲਬ ਕਿ ਇੱਥੇ ਪਾਣੀ ਦੀ ਮਾਤਰਾ ਘੱਟ ਹੋਣ ਦੇ ਕਰਕੇ ਪਾਣੀ ਮਿੱਟੀ ਵਿੱਚ ਜ਼ਿਆਦਾ ਸਮੇਂ ਤੱਕ ਨਹੀਂ ਰਹਿੰਦਾ, ਠਹਿਰਦਾ। ਰੇਤ ਦੇ ਅੰਸ਼ ਜ਼ਿਆਦਾ ਹੋਣ ਕਰਕੇ ਇੱਥੇ ਜ਼ਿਆਦਾ ਪਾਣੀ ਵਾਲੀਆਂ ਫਸਲਾਂ ਨਹੀਂ ਉਗਾਈਆਂ ਜਾ ਸਕਦੀਆਂ। ਮਾਰੂਥਲੀ ਮਿੱਟੀ ਵਿੱਚ ਸਿਰਫ ਉਹੀ ਫਸਲਾਂ ਉਗਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪਾਣੀ ਦੀ ਘੱਟ ਲੋੜ ਹੁੰਦੀ ਹੈ। ਪਰ ਕੁਝ ਹੀ ਸਮੇਂ ਪਹਿਲਾਂ ਪੰਜਾਬ ਦੀਆਂ ਨਹਿਰਾਂ ਦਾ ਪਾਣੀ ਜਿਹੜਾ ਹੈ ਉਹ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਇੱਥੇ ਉਹ ਵੀ ਫਸਲਾਂ ਹੁਣ ਉਗਾਉਣੀਆਂ ਸ਼ੁਰੂ ਹੋ ਗਈਆਂ ਹਨ ਜਿਨ੍ਹਾਂ ਨੂੰ ਪਾਣੀ ਥੋੜ੍ਹੀ ਜ਼ਿਆਦਾ ਮਾਤਰਾ ਵਿੱਚ ਲੱਗਦਾ ਹੈ, ਜਿਵੇਂ ਕਣਕ ਵਰਗੀਆਂ ਫਸਲਾਂ ਵੀ ਇੱਥੇ ਬੀਜੀਆਂ ਜਾ ਸਕਦੀਆਂ ਹਨ। ਤਾਂ ਬੱਚੋ ਤੁਸੀਂ ਫਿਰ ਭਾਰਤ ਦੇ ਨਕਸ਼ੇ ਦੇ ਵਿੱਚ ਦੇਖੋ ਮਾਰੂਥਲੀ ਮਿੱਟੀ ਜਿਹੜੀ ਕਿ ਗੂੜੇ ਸੰਤਰੀ ਰੰਗ ਦੇ ਵਿੱਚ ਦਿਖਾਈ ਗਈ ਹੈ, ਅਤੇ ਪੱਛਮੀ ਰਾਜਸਥਾਨ ਵਾਲੇ ਹਿੱਸੇ ਦੇ ਵਿੱਚ ਦੇਖੋ ਉੱਤਰ ਤੋਂ ਵਾਲੇ ਹਿੱਸੇ ਦੇ ਨੀਚੇ ਦੇਖੋ ਪੱਛਮੀ ਰਾਜਸਥਾਨ ਲੈਟਰਾਈਟ ਮਿੱਟੀ ਦੇ ਬਿਲਕੁਲ ਸਾਈਡ 'ਤੇ ਜਲੋੜ ਅਤੇ ਲੈਟਰਾਈਟ ਮਿੱਟੀ ਦੇ ਨਾਲ ਹੀ ਹੈ ਮਾਰੂਥਲੀ ਮਿੱਟੀ। ਇਸ ਹਿੱਸੇ ਦੇ ਵਿੱਚ ਇਹ ਮਿੱਟੀ ਪਾਈ ਜਾਂਦੀ ਹੈ। ਤਾਂ ਸਾਈਡ 'ਤੇ ਜਿਹੜੇ ਬਾਕਸ ਬਣੇ ਹੋਏ ਹਨ ਉਹ ਤੋਂ 5ਵਾਂ ਨੰਬਰ ਬਾਕਸ ਕਿਹੜਾ ਹੈਗਾ, ਮਾਰੂਥਲੀ ਮਿੱਟੀ ਦਾ ਹੀ ਹੈ। ਅੱਗੇ ਹੈ ਉੱਪਰ ਦੱਸੀਆਂ ਗਈਆਂ ਮਿੱਟੀਆਂ ਦੀਆਂ ਕਿਸਮਾਂ ਤੋਂ ਇਲਾਵਾ ਹੋਰ ਵੀ ਕਈ ਕਿਸਮਾਂ ਹਨ, ਜਿਵੇਂ ਕਿ ਦਲਦਲੀ ਮਿੱਟੀ, ਨਮਕ ਅਤੇ ਖਾਰ ਵਾਲੀ ਮਿੱਟੀ, ਤਰਾਈ ਵਾਲੀ ਮਿੱਟੀ ਆਦਿ। ਭੂਮੀ ਦੇ ਕੁੱਲ ਰਕਬੇ ਦੇ ਮੁਕਾਬਲੇ ਇਹਨਾਂ ਕਿਸਮਾਂ ਦੀ ਮਿੱਟੀ ਦੀ ਪ੍ਰਤੀਸ਼ਤਤਾ ਘੱਟ ਹੈ। ਇਹ ਕਿਸਮਾਂ ਭਾਰਤ ਦੇ ਕੁਝ ਕੁ ਭਾਗਾਂ ਤੱਕ ਹੀ ਸੀਮਿਤ ਹਨ। ਮਤਲਬ ਕਿ ਇਹਨਾਂ 6 ਮਿੱਟੀਆਂ ਤੋਂ ਇਲਾਵਾ ਭਾਰਤ ਦੇ ਵਿੱਚ ਦਲਦਲੀ ਅਤੇ ਖਾਰੀ ਮਿੱਟੀ ਵੀ ਪਾਈ ਜਾਂਦੀ ਹੈ। ਦਲਦਲੀ ਮਿੱਟੀ ਜਿਹੜੀ ਕਿ ਸੁੰਦਰਬਨ ਡੈਲਟਾ ਮਤਲਬ ਪੱਛਮੀ ਬੰਗਾਲ, ਉੜੀਸਾ ਦੇ ਤੱਟਵਰਤੀ ਖੇਤਰਾਂ ਦੇ ਵਿੱਚ ਵੀ ਪਾਈ ਜਾਂਦੀ ਹੈ ਇਹ ਮਿੱਟੀ। ਅਤੇ ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਨਮਕ ਅਤੇ ਖਾਰ ਵਾਲੀ ਮਿੱਟੀ, ਇਹ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਦੇ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਇਹ ਮਿੱਟੀ ਮਿਲਦੀ ਹੈ। ਅਤੇ ਇਹਨਾਂ ਮਿੱਟੀਆਂ ਦੇ ਵਿੱਚ ਸੋਡੀਅਮ ਜਿਹੜਾ ਹੈ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਤਰਾਈ ਵਾਲੀ ਮਿੱਟੀ ਤਰਾਈ ਪ੍ਰਦੇਸ਼ਾਂ ਵਿੱਚ ਪਾਈ ਜਾਂਦੀ ਹੈ। ਤਾਂ ਬੱਚੋ ਅੱਗੇ ਹੈਗਾ ਮਿੱਟੀ ਸਾਧਨ ਨਾਲ ਸੰਬੰਧਿਤ ਸਮੱਸਿਆਵਾਂ। ਮਿੱਟੀ ਇੱਕ ਅਜਿਹਾ ਸਾਧਨ ਹੈ ਜਿਸ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ। ਮਨੁੱਖ ਦਾ ਸਾਰਾ ਖਾਣ ਪੀਣ ਇਸ ਮਿੱਟੀ 'ਤੇ ਹੀ ਨਿਰਭਰ ਕਰਦਾ ਹੈ। ਖੇਤੀਬਾੜੀ ਵਾਸਤੇ ਮਿੱਟੀ ਉਪਜਾਊ ਹੋਣੀ ਚਾਹੀਦੀ ਹੈ, ਪਰੰਤੂ ਇਸ ਦਾ ਉਪਜਾਊਪਨ ਬਰਾਬਰ ਨਹੀਂ ਰਹਿੰਦਾ।
ਇਸ ਦਾ ਕਾਰਨ ਮਿੱਟੀ ਸਾਧਨ ਨਾਲ ਪੇਸ਼ ਆਉਂਦੀਆਂ ਸਮੱਸਿਆਵਾਂ ਹਨ। ਮਿੱਟੀ ਨਾਲ ਸੰਬੰਧਿਤ ਕੁਝ ਕੁ ਸਮੱਸਿਆਵਾਂ ਅੱਗੇ ਲਿਖੀਆਂ ਹਨ। ਮਤਲਬ ਕਿ ਮਿੱਟੀ ਨਾਲ ਸੰਬੰਧਿਤ ਸਮੱਸਿਆਵਾਂ ਕਿ ਮਿੱਟੀ 'ਤੇ ਹੀ ਸਾਡਾ ਜਿਹੜਾ ਮਨੁੱਖ ਦਾ ਜੀਵਨ ਹੈ ਅੱਜ ਨਿਰਭਰ ਕਰ ਰਿਹਾ ਹੈ। ਅਸੀਂ ਆਪਣੀਆਂ ਖਾਣ ਪੀਣ ਦੀਆਂ ਵਸਤੂਆਂ ਦੇ ਲਈ ਵੀ ਮਿੱਟੀ 'ਤੇ ਹੀ ਨਿਰਭਰ ਹਾਂ। ਅਸੀਂ ਆਪਣੀ ਖੇਤੀ ਦੇ ਲਈ ਵੀ ਮਿੱਟੀ 'ਤੇ ਹੀ ਨਿਰਭਰ ਹਾਂ ਅਤੇ ਇਸ ਦੇ ਲਈ ਜ਼ਰੂਰੀ ਹੈ ਮਿੱਟੀ ਦਾ ਉਪਜਾਊ ਹੋਣਾ। ਅਤੇ ਮਿੱਟੀ ਦਾ ਉਪਜਾਊ ਹੋਣ ਦੇ ਨਾਲ ਨਾਲ ਉਸ ਦੀ ਉਪਜਾਊ ਸ਼ਕਤੀ ਨੂੰ ਬਣਾਏ ਰੱਖਣਾ ਵੀ ਓਨਾ ਹੀ ਜ਼ਰੂਰੀ ਹੈ। ਪਰ ਉਸ ਦੇ ਲਈ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਹਨ ਪੇਸ਼ ਆਉਂਦੀਆਂ ਹਨ, ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਬੱਚਿਓ, ਉਹਨਾਂ ਹੀ ਸਮੱਸਿਆਵਾਂ ਨੂੰ ਤੁਹਾਨੂੰ ਅਸੀਂ ਸਮਝਾਉਣ ਦੇ ਲਈ ਅਗਲੀ ਵਾਰ ਦੇ ਵਿੱਚ ਦੱਸਾਂਗੇ। ਉਹਨਾਂ ਸਮੱਸਿਆਵਾਂ ਨਾਲ ਸੰਬੰਧਿਤ ਗੱਲਾਂ ਤੁਹਾਨੂੰ ਅਸੀਂ ਅਗਲੀ ਵਾਰ ਸਮਝਾਵਾਂਗੇ। ਅੱਜ ਦਾ ਟੌਪਿਕ ਸਾਡਾ ਇੱਥੇ ਖਤਮ ਹੁੰਦਾ ਹੈ। ਇਸ ਟੌਪਿਕ ਨਾਲ ਸੰਬੰਧਿਤ ਮੈਂ ਤੁਹਾਨੂੰ 5 ਕੁਐਸਚਨ ਪੁੱਛਾਂਗੀ, ਜਿਹੜੇ ਕਿ ਤੁਸੀਂ ਇਸੇ ਲੈਸਨ ਨੂੰ ਪੜ੍ਹ ਕੇ ਧਿਆਨ ਨਾਲ ਅਤੇ ਉਸਦੇ ਜਿਹੜੇ ਉੱਤਰ ਹਨ ਤੁਹਾਨੂੰ ਇਹਦੇ ਵਿੱਚੋਂ ਹੀ ਮਿਲਣੇ ਹਨ ਅਤੇ ਤੁਸੀਂ ਲਿਖਣੇ ਹਨ ਆਪਣੀਆਂ ਕਾਪੀਆਂ 'ਤੇ ਸਾਫ਼-ਸਾਫ਼। ਤਾਂ ਬੱਚਿਓ ਸੁਣੋ ਇਸ ਦਾ ਪਹਿਲਾ ਕੁਐਸਚਨ। ਮਾਰੂਥਲੀ ਮਿੱਟੀ ਵਿੱਚ ਕਿਹੜੀਆਂ ਫਸਲਾਂ ਨਹੀਂ ਉਗਾਈਆਂ ਜਾ ਸਕਦੀਆਂ? ਇਸ ਦੇ 4 ਆਪਸ਼ਨ ਥੱਲੇ ਦਿੱਤੇ ਗਏ ਹਨ। ਤੁਸੀਂ ਇਸ ਪੈਰੇ ਨੂੰ ਧਿਆਨ ਨਾਲ ਪੜ੍ਹਨਾ ਹੈ ਅਤੇ ਫਿਰ ਇਸ ਦਾ ਆਨਸਰ ਲਿਖਣਾ ਹੈ। ਅੱਗੇ ਹੈਗਾ ਕੁਐਸਚਨ ਨੰਬਰ 2, ਲੈਟਰਾਈਟ ਮਿੱਟੀ ਕਿਸ ਤਰ੍ਹਾਂ ਦੇ ਖੇਤਰਾਂ ਵਿੱਚ ਪਾਈ ਜਾਂਦੀ ਹੈ? ਅੱਗੇ ਖਾਲਿਸਤਾਨ ਹੈਗਾ ਨੰਬਰ 3 'ਤੇ। ਜੰਗਲੀ ਅਤੇ ਪਰਬਤੀ ਮਿੱਟੀ ਡੈਸ਼ ਅਤੇ ਡੈਸ਼ ਹਿੱਸੇ ਵਿੱਚ ਮਿਲਦੀ ਹੈ। ਅੱਗੇ 2 ਪ੍ਰਸ਼ਨ ਪੁੱਛੇ ਹਨ ਮੈਂ। ਪ੍ਰਸ਼ਨ ਨੰਬਰ 4 ਹੈ, ਮਾਰੂਥਲੀ ਮਿੱਟੀ ਭਾਰਤ ਦੇ ਕਿਹੜੇ ਹਿੱਸਿਆਂ ਵਿੱਚ ਮਿਲਦੀ ਹੈ? ਇਸ ਦਾ ਆਨਸਰ 1 ਜਾਂ 2 ਸ਼ਬਦਾਂ ਦੇ ਵਿੱਚ ਤੁਸੀਂ ਦੇਣਾ ਹੈ। 5ਵਾਂ ਨੰਬਰ ਕੁਐਸਚਨ ਹੈਗਾ, ਮਿੱਟੀ ਦੀਆਂ 6 ਕਿਸਮਾਂ ਤੋਂ ਇਲਾਵਾ ਭਾਰਤ ਵਿੱਚ ਮਿੱਟੀ ਦੀਆਂ ਹੋਰ ਕਿਹੜੀਆਂ 2 ਕਿਸਮਾਂ ਪਾਈਆਂ ਜਾਂਦੀਆਂ ਹਨ? ਇਹ ਅੱਜ ਦੇ 5 ਕੁਐਸਚਨ ਤੁਸੀਂ ਇਸ ਟੌਪਿਕ ਨੂੰ ਧਿਆਨ ਨਾਲ ਸੁਣ ਕੇ ਸਮਝ ਕੇ ਫਿਰ ਆਪਣੀਆਂ ਕਾਪੀਆਂ 'ਤੇ ਸਾਫ਼-ਸਾਫ਼ ਲਿਖਣੇ ਹਨ। ਧੰਨਵਾਦ।